नमस्कार, आप देख रहे हैं न्यूज वन इंडिया। मैं हूं आपके साथ राजेश कुमार। खबरें पंजाब की। मुख्यमंत्री भगवंत मान ने फिरोजपुर के बाढ़ प्रभावित इलाके का जायजा लिया। मुख्यमंत्री ने सेना की नाव में बैठ के खेत और गांव के आसपास भरे पानी का जायजा लिया और मुख्यमंत्री ने बीएसएफ और सेना द्वारा किए गए बचाव कार्यों की प्रशंसा की। उन्होंने कहा कि बाढ़ से हुई माली नुकसान का पूरा मुआवजा दिया जाएगा। एक एक गांव व एक एक घर की स्पेशल गिरदावरी होगी। मजदूरों को भी 10% मुआवजा मिलेगा। पंजाब का कृषि विभाग किसानों की हर संभव जरूरत के अनुरूप मदद करेगा। घर गिरने पर 1.25 लाख रुपए, पशुओं के बाड़े के नुकसान पर 1 लाख रुपए मुआवजा दिया जाएगा। जालंधर के शाहकोट में दूसरी बांध में पिछले दिनों भारी बारिश के कारण आई दरारों को भरने का काम शुरू हो गया है। सतलुज का जलस्तर बढ़ने के बाद से ही राज्यसभा सांसद संत बलबीर सिंह सीचेवाल ग्रामीणों के साथ जुटे हुए हैं। पंजाब के स्थानीय निकाय मंत्री बलकार सिंह ने संत बलबीर सिंह, नकोदर से विधायक इंद्रजीत कौर मान और डीसी विशेष सारंगल की मौजूदगी में काम शुरू करवाते हुए कहा कि मुख्यमंत्री भगवंत मान लगातार लोगों की जान माल की सुरक्षा के लिए बांध के काम का जायजा ले रहे हैं। उन्होंने कहा प्रशासकीय टीमों और संगत के सहयोग से आने वाले कुछ दिनों में ये दरारें भर के इलाके के लोगों को सामान्य किया जाएगा और सरकार लोगों की हर संभव मदद के लिए बड़े स्तर पर काम कर रही है और इलाके में बिजली सप्लाई बहाल करने के साथ मेडिकल टीमें लगातार लोगों के स्वास्थ्य की जांच करती नजर आ रही हैं। और मुख्यमंत्री भगवंत मान लगातार बाढ़ पीड़ितों का जायजा लेने अलग अलग जिलों में पहुंच रहे हैं। वहीं सीएम मान जालंधर जिले के बाढ़ प्रभावित इलाके का जायजा लेने पहुंचे, जहां उन्होंने सबका हाल जाना और अधिकारियों को सख्त निर्देश दिए। सही निगाह लिया, इस बार ओवरफ्लो हो गया, की करिए, पर फिर भी बहुत सारे नदियां नाले क्योंकि ਆਪਾਂ ਚਲਾ ਲਏ, ਉਹਦੇ ਕਰਕੇ ਥੋੜਾ ਡਾਈਵਰਸ਼ਨ ਹੋ ਗਈ ਪਾਣੀ ਦੀ, ਇੱਧਰ ਉੱਧਰ ਖਿੰਡ ਗਿਆ, ਨਹੀਂ ਤਾਂ ਹੋਰ ਜ਼ਿਆਦਾ ਪ੍ਰੋਬਲਮ ਆਣੀ ਜੀ। ਸਰ ਇਹਦੀ ਨਾ ਥੋੜੀ ਕੈਪੈਸਿਟੀ ਵਧਾਣੀ ਪੈਣੀ ਸਰ। ਉੱਪਰੋਂ ਪਾਣੀ ਜਦੋਂ ਹੋ ਜਾਂਦਾ ਕੋਈ ਦਰਖਤ ਆਣ ਕੇ ਨਾਲ ਜੇ ਉਹ ਵੀ ਇੱਕ ਜਿੱਦਾਂ ਨਾ ਮੋਰ ਫਨ ਬਣ ਜਾਂਦਾ ਪਾਣੀ ਇੱਥੇ ਨੂੰ ਕਾਫਲਾ ਹਿੱਟ ਕਰਕੇ ਪਿੱਛੇ ਵੀ ਜਾਂਦਾ। ਇਹ ਤੋਂ ਉੱਤੇ ਤੱਕ ਸਰ ਸਾਰੀ ਸਿਲਟਿੰਗ ਹੋਈ ਹੋਈ ਹੈ। ਇਹਦਾ ਸਰ ਦੇਖੋ ਕਿੰਨਾ ਵੱਡਾ ਸਪੈਨ ਹੈ, ਸਾਰੇ ਤੇ ਪਾਣੀ ਫਲੋ ਕਰੇ ਫਿਰ ਪ੍ਰੋਬਲਮ ਨਹੀਂ ਹੁੰਦੀ। ਇਹ ਪ੍ਰੋਬਲਮ ਹੋਈ ਨਹੀਂ। ਤੁਸੀਂ ਕੀ ਚਾਹੁੰਦੇ ਸਰ ਪੂਰਾ ਐਂਟਾਇਰ ਸਪੈਨ ਕਲੀਅਰ ਕਰ ਦਿਆ ਸਰ। ਉੱਥੇ ਸਾਰੀ ਮਿੱਟੀ ਹੈਗੀ, ਪਿੱਛੋਂ 2.5 ਕਿਲੋਮੀਟਰ ਆਉਂਦਾ, ਅੱਗੇ 700 ਮੀਟਰ ਹੋ ਜਾਂਦਾ। 700 ਮੀਟਰ 700 ਮੀਟਰ ਵੀ ਹਾਂਜੀ 7 ਬੋਟਲ ਨੈਕ ਬਣ ਜਾਂਦਾ। ਆ ਦੇਖੋ ਏਰੀਆ ਕਲੀਅਰ ਹੈ ਰੇਲਵੇ ਦਾ ਕਰਕੇ। ਇੱਧਰ ਇਹ ਤੋਂ ਪਿੱਛੇ ਸਾਡਾ ਹਲਕਾ ਸਟਾਰਟ ਹੋ ਜਾਂਦਾ। ਇੰਨਾ ਕੁ ਪਪੂਲਰ ਹੈ ਦਰਿਆ ਦੇ ਵਿੱਚ ਜਿਹੜਾ ਤੁਸੀਂ ਸੋਚ ਨਹੀਂ ਸਕਦੇ। ਉਹ ਸਾਰਾ ਡਾਊਨ ਦਾ ਹੀ ਕੰਮ ਕਰਦਾ ਜੀ। ਐ ਹੋ ਗਿਆ ਬੋਟਲ ਨੈਕ ਬਣ ਜਾਂਦਾ ਸਰ। ਉੱਤੋਂ ਸਰ ਚਿੱਟੀ ਸਰ ਇਹ ਥੱਲੇ ਆ ਕੇ ਨਾ ਸਰ ਸਾਰਾ ਫਸ ਜਾਂਦਾ, ਜਿੰਨਾ ਵੀ ਜਾਲੀ ਬੂਟੀ ਔਰ ਰੇਤਾ ਵੀ ਸਰ ਮੇਰੇ ਖਿਆਲ ਚ 3-4 ਫੁੱਟ ਹੀ ਥੱਲੇ ਰੇਤਾ ਮੁਸ਼ਕਿਲ ਨਹੀਂ ਉਹ ਬਾਹਰ ਹੀ ਦੀਦੀ ਆ ਬਾਹਰ ਹੀ ਸਰ ਇੱਧਰ ਤਾਂ ਬਾਹਰ ਹੀ ਦਿਸੀ ਜਾਂਦੀ ਹੈ। ਇਹ ਤਾਂ ਸਫਾਈ ਘੱਟ ਰਹੀ ਹੈ ਜੀ ਸਾਰਾ। ਕਿੰਨੇ ਕੁ ਦਾ ਬਣੂਗਾ ਇਹ ਕਿ ਕੋਈ ਮਨੀ ਦੀ ਕੋਈ ਪ੍ਰੋਬਲਮ? ਸਰ ਇਹਨਾਂ ਨੇ ਆਲਰੇਡੀ ਡੀਸਿਲਟਿੰਗ ਦਾ ਸਰ ਟੈਂਡਰ ਦਿੱਤਾ ਹੋਇਆ ਐਂਡ ਅਨਫੋਰਚੂਨੇਟਲੀ ਸਰ 2 ਮਹੀਨੇ ਪਹਿਲੇ ਆ ਗਈ ਸਰ ਬਰਸਾਤ ਇਸ ਵਾਰ। ਜੇ ਐਸਾ ਸਤੰਬਰ ਚ ਆਉਂਦੀ ਹੁੰਦੀ ਤਾਂ ਨੌਸਮੀ ਅਗਸਤ ਟਾਈਮ ਕਰਦੇ ਉਦੋਂ ਤੱਕ ਸਰ ਥੋੜਾ ਸਪੈਨ ਕਲੀਅਰ ਹੋ ਜਾਂਦਾ। ਤੇ ਕੁਦਰਤ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਹਿਲਾਂ ਆ ਕੇ ਮੰਗਵਾਈ, ਪਰ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਟੈਂਡਰਾਂ ਦੀ ਵੇਟ ਕਰਨੀ ਚਾਹੀਦੀ ਹੈ ਜਾਂ ਕੁਦਰਤ ਦੀ ਵੇਟ ਕਰਨੀ ਚਾਹੀਦੀ ਹੈ। ਤੇ ਇਟ ਸ਼ੁੱਡ ਬੀ ਡਨ ਐਜ਼ ਅਰਲੀ ਐਜ਼ ਪੋਸੀਬਲ। ਜਦੋਂ ਫਸਲ ਨਾ ਵੀ ਹੋਵੇ, ਸਫਾਈ ਤਾਂ ਉਦੋਂ ਹੀ ਹੋ ਸਕਦੀ ਜਦੋਂ ਫਸਲ ਨਾ ਹੋਵੇ। ਜਦੋਂ ਫਸਲਾਂ ਆ ਗਈਆਂ ਉਦੋਂ ਕੀ ਸਫਾਈ ਕਰੋਗੇ? ਸਰ ਆਹ ਵਾਲਾ ਏਰੀਆ ਤੇ ਜੇ ਕਾਰ ਸੇਵਾ ਸਟਾਰਟ ਕਰਦੀ ਹੈ ਨਾ, ਲੋਕ ਉਹਨਾਂ ਦੇ ਵਿੱਚ ਕੱਢ ਕੇ ਲੈਣਾ ਖੇਤਾਂ ਦੇ ਵਿੱਚ। ਅਸੀਂ ਮਾਈਨਿੰਗ ਵਾਲੇ ਸਾਰੇ ਇੱਧਰ ਲਾ ਲੋਕ ਡੁੱਬ ਰਹੇ ਆ, ਉਹਨਾਂ ਤੇ ਸਾਰੇ ਆਮ ਜ਼ਿਮੀਂਦਾਰ ਆ। ਅਸੀਂ ਇਹਨੂੰ ਦੱਸਿਆ ਸੀਗਾ, ਕਹਿੰਦੇ ਪਿਛਲੇ ਅਗਸਤ 'ਚ ਅਸੀਂ ਸੈਕਟਰੀ ਸਾਹਿਬ ਨੂੰ ਮੈਨੂੰ ਪਤਾ ਤੁਹਾਡੇ ਸਾਰੀਆਂ ਮੀਟਿੰਗਾਂ ਦਾ ਪਤਾ। ਉਧਰ ਲੈ ਕੇ ਆਂਦਾ ਵੀ ਉੱਥੇ ਦਿਖਾ ਲੈ ਵੀ ਉੱਥੇ ਖੜੋ, ਪਾਣੀ ਉਧਰੋਂ ਐਂਟਰ ਕਰੂਗਾ ਤੇ ਇੱਥੋਂ ਦੀ ਨਿਕਲੂਗਾ ਪਾਣੀ ਤੋਂ ਉਹ ਹੀ ਉੱਚਾ ਉੱਚਾ। ਤੇ ਕਹਿੰਦੇ ਸਾਨੂੰ ਨਵੰਬਰ ਤੱਕ ਦੇ ਦੇ। ਅਸੀਂ ਨਵੰਬਰ ਨੂੰ ਹਾਈਵੇ ਵਾਲਿਆਂ ਨੂੰ ਠੇਕਾ ਦੇ ਦੇਣਾ ਤੇ ਮਿੱਟੀ ਚੱਕੀ ਜਾਏਗਾ। ਬਹੁਤ ਵਧੀਆ, ਸਰਕਾਰ ਨੂੰ ਪੈਸੇ ਵੀ ਆ ਜਾਣਗੇ ਤੇ ਚਲੋ ਮਿੱਟੀ ਵੀ ਚੱਕੀ ਜੂਗੀ। ਪਰ ਅਸੀਂ ਉਦੋਂ ਜਦੋਂ ਮੀਟਿੰਗ ਸੀ ਇਹਨਾਂ ਨੂੰ ਕਿਹਾ, ਕਹਿੰਦੇ ਬਾਬਾ ਜੀ ਪੁੱਛਿਆ ਜਿਹੜੇ ਟੈਂਡਰ ਵਾਲੇ, ਉਹ ਕਹਿੰਦੇ ਜੇ ਅੱਜ ਟੈਂਡਰ ਹੋ ਜਵੇ 23 ਨੂੰ ਤੇ ਇਹਨੂੰ 700 ਟਿੱਪਰ ਨੂੰ ਲੰਬਾ ਕੰਮ ਹੈ। 1000 ਟਿੱਪਰ ਸਰਕਾਰੀ ਕੰਮ ਹੈ ਬਾਬਾ ਜੀ, ਉਹ ਤਾਂ ਸਰਕਾਰੀ ਕੰਮ ਹੈ। ਆਪਾਂ ਸਰਕਾਰੀ ਨਹੀਂ ਹੈਗੇ, ਆਪਾਂ ਤਾਂ ਹੈਗੇ ਲੋਕਾਂ ਦੇ। ਨਹੀਂ ਟੈਂਡਰ ਪਾਊਗਾ, ਫਿਰ ਜੇ
ਟੈਂਡਰ ਨਾ ਪਾਇਆ ਕੋਈ ਹੋਰ ਪਾਊਗਾ, ਫਿਰ ਉਹਦੀ ਫਿਰ 15 ਦਿਨ ਉਹਨੂੰ ਦੇਵਾਂਗੇ, ਫਿਰ 60 ਦਿਨ ਦੀ ਕੋਈ ਲਿਟੀਗੇਸ਼ਨ ਪਾ ਦੂਗਾ, ਹਾਈ ਕੋਰਟ 60 ਦਿਨ ਦੇ ਦੂਗੀ। ਚਲੋ ਛੱਡੋ, ਉਹ ਤਾਂ ਡੁੱਬ ਜਾਣਗੇ। ਲੋਕਾਂ ਨੇ ਛੱਡੋ ਜੀ, ਹੁਣ ਤਾਂ ਰਹਿਣ ਤੋਂ ਸਾਡਾ ਕੰਮ ਹੋ ਗਿਆ। ਸੋ ਇਹ ਨਹੀਂ ਹੋਣਾ, ਇਹ ਹੁਣ ਹੀ ਕੌਣ ਕਰਨਾ। ਚਲੋ ਥੋੜੇ ਧਿਆਨ ਚ ਆ ਗਿਆ ਜਦੋਂ ਤੁਸੀਂ ਦੱਸੋ। ਸੋ ਜੋ ਆਪਣੇ ਕੋਲੇ ਐਸਾ ਪਿਆ ਨੈਚੁਰਲ डिजास्टर वास्ते है ना, it should be declared as a national आपदा। ਅਸੀਂ ਕੀ ਕਰੀਏ, ਸਾਡੇ ਦਰਿਆ ਨੇ ਸਾਤੋਂ ਹੁਣ ਨਹੀਂ ਮੰਗਦਾ ਕੋਈ ਹਰਿਆਣਾ ਪਾਣੀ, ਹੁਣ ਨਹੀਂ ਕੋਈ ਰਾਜਸਥਾਨ ਮੰਗਦਾ ਪਾਣੀ, ਹੈ ਜੀ, ਹੁਣ ਨਹੀਂ ਹਿਮਾਚਲ ਵਾਲੇ ਸੈਸ ਲਾਉਂਦੇ। ਤੁਸੀਂ ਤਾਂ ਕਲੀਅਰ ਕਿਹਾ ਵੀ ਮੰਗੋ ਹੁਣ, ਹਾਂ ਆਜੋ ਲੈ ਲਓ ਜਿੱਦਾਂ ਲੈਣਾ। ਆਜੋ ਰਹਿ ਗਏ ਸਾਡੇ ਕੋਲ, ਡੁੱਬੀਏ ਮਰੀਏ ਅਸੀਂ, ਕੋਈ ਗੱਲ ਨਹੀਂ। ਪੰਜਾਬੀ ਕੈਮ ਆ ਜੀ। ਹਮੇਸ਼ਾ ਕੁਰਬਾਨੀਆਂ ਦੇ ਕੇ ਕੌਮਾਂ ਬਚਾਈਆਂ ਹੋਈਆਂ ਨੇ, ਦੂਜੀਆਂ ਕੌਮਾਂ ਵੀ ਬਚਾਈਆਂ ਹੋਈਆਂ ਕੁਰਬਾਨੀਆਂ ਦੇ ਕੇ। ਸੋ ਬਾਬਾ ਜੀ ਨੇ ਜਿਵੇਂ ਕਹਿਣਗੇ ਕੋਈ ਐਸਾ ਖੜੇ, ਕੋਈ ਵੀ ਪੈਸੇ ਵੱਲੋਂ ਪਰ ਤੁਸੀਂ ਆਪਣੀ ਨੀਅਤ ਵੱਲੋਂ ਪ੍ਰੋਬਲਮ ਕਰ ਦੋ। JCB ਲਾ ਦੋ, 14 JCB ਲੱਗਦੀਆਂ। ਕੋਈ JCB ਐਸੀ ਹੈ ਜਿਹੜੀ ਨਹੀਂ ਮਿਲਦੀ ਪੰਜਾਬ 'ਚ, ਕਿਤੋਂ ਮਹਾਰਾਸ਼ਟਰ ਤੋਂ ਮੰਗਾਉਣੀ ਪੈ ਰਹੀ ਹੈ, ਮੰਗਾ ਲਓ। ਕੋਈ ਕ੍ਰੇਨ ਐਸੀ ਹੈ ਜਿਹੜੀ ਇੱਥੇ ਨਹੀਂ ਮਿਲਦੀ, ਮੰਗਾ ਲਓ। ਪਰ ਮੈਂ ਆਪਦੇ ਲੋਕਾਂ ਨੂੰ ਵਾਰ-ਵਾਰ ਮੈਂ ਮੌਕਾ ਦੇਖਣ ਨਹੀਂ ਆ ਸਕਦਾ। ਮੌਕਾ ਦੇਖਣ ਦਾ ਕੀ ਫਾਇਦਾ? ਇਹ ਤੋਂ ਪਹਿਲਾਂ ਵੀ ਮੌਕਾ ਦੇ ਕੇ ਮੈਂ ਵੀ ਮੌਕਾ ਦੇ ਗਿਆ, ਕੀ ਫਰਕ ਪੈ ਗਿਆ? ਸੋ मैं मौका देखने वाले काम बंद करने। पंजाब के मुख्यमंत्री ने संगरूर के घग्गर से सटे बाढ़ प्रभावित इलाके की समीक्षा की। इस दौरान लोगों से बात की और उन्हें प्रोत्साहित किया और कहा कि इस तरह के नुकसान की भरपाई करेंगे। हमारे लिए सबसे जरूरी है पानी में फंसे लोगों की जिंदगी को बचाना। समय कठिन है लेकिन ये वक्त भी गुजर जाएगा। जरूरत सिर्फ इतनी है कि एक दूसरे का साथ देना होगा। सरकार हमेशा आपके साथ खड़ी है। पंजाब के स्वास्थ्य मंत्री डॉक्टर बलबीर सिंह ने शाहकोट उपमंडल के बाढ़ प्रभावित इलाकों का दौरा किया। इस दौरान वो संत बलबीर सिंह सीचेवाल से भी मिले और बलबीर सिंह ने घोषणा की कि स्वास्थ्य विभाग की टीमें बाढ़ग्रस्त इलाकों में लोगों के घरों तक जाएंगी, जहां उन्हें निःशुल्क दवाएं उपलब्ध करवाई जाएंगी। डॉक्टर बलबीर सिंह ने अपने इस दौरे के दौरान गिदड़पिंडी और मंडला छन्ना के बाढ़ प्रभावित गांव का भी दौरा किया। उन्होंने मेडिकल टीमों से बातचीत की और लोगों को पेश आ रही सेहत समस्याओं के बारे में जानकारी हासिल की। पंजाब के स्वास्थ्य मंत्री बलबीर सिंह ने रविवार को फरीदकोट जिले का दौरा किया। इस दौरान उन्होंने बाढ़ के बाद होने वाली बीमारियों के बारे में जमीनी स्तर पर जानकारी जुटाई। उन्होंने कहा कि जिले में बाढ़ का असर राज्य के अन्य जिलों की तरह नहीं है, जहां जल स्तर बढ़ रहा है, फिर भी वो अग्रिम इंतजाम को लेकर फरीदकोट पहुंच गए हैं। मंत्री ने अशोक चक्र हॉल, डीसी कार्यालय फरीदकोट में विभिन्न विभागों, IMA के अधिकारियों और धार्मिक एवं सामाजिक संगठनों के लोगों के साथ बैठक की। जिले के बाढ़ प्रभावित इलाकों के लोगों को उपलब्ध कराई जा रही चिकित्सा सुविधाओं की समीक्षा की। मौके पर फरीदकोट के विधायक और कई आला अधिकारी मौजूद रहे। और कैबिनेट मंत्री हरभजन सिंह ईटीओ ने जंडियाला गुरु हल्का के मेहता में मेहता मार्केट कमेटी के नए कार्यालय और लिंक रोड का शिलान्यास किया। ये कार्यालय 1 करोड़ 30 लाख रुपए की लागत से बनकर तैयार हुआ है। प्रोजेक्ट के तहत मेहता अमृतसर रोड से मेहता गांव तक लिंक रोड 10 से 18 फीट तक चौड़ा किया जाएगा। इस दौरान मंत्री ने कहा कि सरकार ने गांव की जो भी सड़कें 10 फीट चौड़ी हैं उन्हें 18 फीट करने की योजना बनाई है। मेहता लिंक रोड 50 लाख की लागत से चौड़ा किया जाएगा। इसके निर्माण से मेहता, उंदोलगल, नंगली और अन्य गांवों के लोगों को राहत मिलेगी। और मंत्री कुलदीप सिंह धारीवाल ने भारी बारिश के कारण आगामी दिनों में संभावित बाढ़ के खतरे से निपटने को लेकर रावी और सकी नाले का निरीक्षण किया। उन्होंने लोधी गुजर, टोडा पोस्ट, झुंझ, रावी दरिया और सखी नदरिया के आसपास के इलाकों का दौरा किया। फिलहाल बाढ़ का कोई खतरा नहीं है लेकिन अलर्ट पर रहने की जरूरत है। बाढ़ प्रभावित हिस्सों में राहत कार्य किए जा रहे हैं।
आम आदमी पार्टी ने पंजाब के राज्यपाल बनवारी लाल पुरोहित से पार्टी की राज्य इकाई के कार्यालय के लिए चंडीगढ़ में भूमि आवंटित करने का अनुरोध किया। आपने कहा कि वो एक राष्ट्रीय दल है और पंजाब में उसके पास विशाल बहुमत है। मुख्यमंत्री और पार्टी की राज्य इकाई के अध्यक्ष भगवंत मान ने राज्यपाल को लिखे पत्र में कहा कि राज्य के सभी 7 राज्यसभा सदस्य आपके हैं। चंडीगढ़ नगर निगम में भी 35 पार्षदों में से 14 हमारे हैं। आम आदमी पार्टी पंजाब और चंडीगढ़ में सबसे लोकप्रिय दल है। सीएम ने कहा कि उन्होंने इस मुद्दे पर पहले भी राज्यपाल को पत्र लिखा था, लेकिन कोई प्रतिक्रिया नहीं आई। अमृतसर में आपातकालीन चिकित्सा प्रतिक्रिया प्रणाली के संबंध में एक बैठक आयोजित की गई। जिले के प्रशासनिक अधिकारियों के साथ बैठक की गई, जहां स्वास्थ्य मंत्री बलबीर सिंह ने कहा लोगों को भयानक बीमारियों से बचाने और इलाज की मुकम्मल व्यवस्था की गई है। इस दौरान स्वास्थ्य मंत्री ने बीजेपी पर निशाना साधा और कहा प्रधानमंत्री को हवाई सर्वेक्षण नहीं बल्कि अपने मंत्रियों के साथ बाढ़ प्रभावित राज्यों का दौरा करना चाहिए। बहुत अच्छा चल रहा है। रेस्क्यू का नियरली ओवर है। 1-2 जगह एक्टिव है, सरदूलगढ़ साइड पे थोड़ा सा पानी आया फ्रेश। अदरवाइज जो फ्लड वाटर है रिसीड कर चुके हैं और साडा रिलीफ वर्क चल रहा है वधिया। इस तो बाद जो 2 ਵੱਡੇ चैलेंज है वो है वाटरबोर्न डिजीजेस, डायरियल डिजीजेस जिहदे च डायरिया, कॉलरा, गैस्ट्रोटाइटिस और दूजा है वेक्टर-बॉर्न ਜਿਹੜੀਆਂ कि मक्खियां ते मच्छर ਨਾਲ होने वाली बीमारियां चाहे मलेरिया, डेंगू, चिकनगुनिया। तो इन्हां दी रोकथाम वास्ते ते जे किते केसेस होण तां उहदी प्रॉम्प्ट ट्रीटमेंट ਉਹ ਜਿਹੜੇ ਸਾਰੇ SOPs ਆ ਉਹਨੂੰ ਲਾਗੂ ਕਰਨ ਵਾਸਤੇ ਕੰਪਰੀਹੈਂਸਿਵ ਜਿਹੜਾ ਮੈਡੀਕਲ ਰਿਸਪੌਂਸ, ਐਮਰਜੈਂਸੀ ਮੈਡੀਕਲ ਰਿਸਪੌਂਸ ਸਿਸਟਮ ਜਿਹੜਾ ਹੈਗਾ, ਮੈਂ ਇਸ ਤੋਂ ਪਹਿਲਾਂ ਹੁਣੀ ਤਰਨਤਾਰਨ ਸਾਹਿਬ ਤੋਂ ਕਰਕੇ ਆ ਰਿਹਾ ਜੀ ਮੀਟਿੰਗ। ਔਰ ਪੰਜਾਬ ਦੇ ਵਿੱਚ ਮੈਂ ਮੈਜੋਰਟੀ ਜਿਹੜੇ ਫਲੱਡ ਕਵਰਡ ਏਰੀਆਜ਼ ਹੈਗੇ ਆ ਉਹ ਮਾਲਵਾ ਦੇ ਸਾਰੇ ਕਵਰ ਕਰ ਚੁੱਕੇ ਹਾਂ। ਹੁਣ ਮੈਂ ਜਿਹੜੇ ਮਾਝਾ ਦੇ ਵਿੱਚ ਅੱਜ ਤੇ ਕੱਲ ਦੇ ਵਿੱਚ ਔਰ ਦੁਆਬਾ ਦੇ ਵਿੱਚ ਕਵਰ ਕਰ। भारत में लगातार बारिश हो रही है, जिससे पहाड़ और मैदानी इलाके उफान पर हैं। हिमाचल प्रदेश, उत्तराखंड में जहां जल प्रलय है, वहीं पंजाब में स्थिति डरावनी है। सीएम ने ट्वीट कर लिखा पंजाब में लगातार हो रही बारिश के कारण पहाड़ी इलाकों से काफी पानी आ गया। प्रशासन लोगों की हर संभव मदद कर रहा है। इस मुश्किल वक्त में घबराने की जरूरत नहीं। वहीं भगवंत मान ने ट्वीट कर लिखा कि मैं खुद ग्राउंड जीरो पे मौजूद हूं। स्थिति पूरी तरह नियंत्रण में है। अधिकारी और मंत्री विधायक हर वक्त लोगों की पहुंच में हैं। मदद की कहीं कोई कमी नहीं होगी, बस जरूरत है एक दूसरे का साथ देने की। और बारिश के बाद हालात का जायजा लेने रोपड़ से आप विधायक दिनेश चड्ढा सड़क पर उतरे और लोगों से हाल जाना, सड़क का मुआयना किया और किस तरह की दिक्कतें उनके सामने आ रही हैं इसकी जानकारी ली। खबर पटियाला से है, जहां डिप्टी कमिश्नर साक्षी साहनी के नेतृत्व में जिला प्रशासन के इंजीनियर और सेना के सहयोग से राजपुरा के पास SYL नहर पे शिवालिक तलहटी से पानी बहने की वजह से जलभराव की स्थिति पैदा हो गई। इसके चलते नीलम अस्पताल में भी पानी घुसने लगा था, लेकिन यहाँ पे जो डिप्टी कमिश्नर साक्षी साहनी है वो खुद मौके पे मौजूद रही। ਅੱਜ ਸ਼ੀਟ ਫਲੋ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਹੈ, ਜਿਹੜੀ ਅਪਰ ਰੀਚਸ ਨੇ ਉਹਦਾ ਜਿੰਨਾ ਵੀ ਸ਼ੀਟ ਫਲੋ ਹੈ, ਭਾਵੇਂ ਮੋਹਾਲੀ ਹੋਵੇ ਭਾਵੇਂ ਚੰਡੀਗੜ੍ਹ ਹੋਵੇ, ਜਿੰਨਾ ਵੀ ਸ਼ੀਟ ਫਲੋ ਹੈ ਉਹ ਓਵਰ ਟੋਪਲ ਕਰਕੇ ਉਹ SYL ਦੇ ਵਿੱਚ ਵੀ ਬ੍ਰੀਚ ਹੋ ਗਈ ਹੈ ਐਂਡ ਓਵਰ ਟੋਪਲ ਹੋ ਗਿਆ ਹੈ। ਸੋ ਬਟ ਸਿਚੁਏਸ਼ਨ ਇਜ਼ ਅੰਡਰ ਕੰਟਰੋਲ। ਜਿਹੜਾ ਨੀਲਮ ਹਸਪੀਟਲ ਸੀ ਉਹਦੇ ਵਿੱਚ ਪਾਣੀ ਚਲਾ ਗਿਆ ਸੀਗਾ, ਬਟ ਆਲ ਪੇਸ਼ੈਂਟਸ ਜਿੰਨੇ ਵੀ ਪੇਸ਼ੈਂਟ ਸੀਗੇ ਉਹ ਰੈਸਕਿਊ ਹੋ ਕੇ ਆਪਾਂ ਆਈਦਰ SDH ਜਾਂ ਰਜਿੰਦਰਾ ਹਸਪੀਟਲ ਡਿਪੈਂਡਿੰਗ ਅਪਨ ਕ੍ਰਿਟੀਕੈਲਿਟੀ ਵੀ ਉਹਨਾਂ ਦੇ ਜਿਹੜੇ ਅਟੈਂਡੈਂਟ ਸੀਗੇ ਸਾਰਿਆਂ ਨੂੰ ਰੈਸਕਿਊ ਕਰ ਲਿਆ ਸੀਗਾ। ਸੋ ਦੇਰ ਇਜ਼ ਨੋ ਸਿਚੁਏਸ਼ਨ ਵਿਦ ਰਿਸਪੈਕਟ ਟੂ ਨੀਲਮ ਹਸਪੀਟਲ। ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਇੱਥੇ ਹੁਣ ਵੀ ਹੈਗੇ ਹਾਂ। ਅਸੀਂ ਲਿਸਟ ਬਣਾ ਦਿੱਤੀ ਹੈਗੀ ਹੈ ਬੱਚਿਆਂ ਦੀ ਐਂਡ ਉਹ ਸਿਚੁਏਸ਼ਨ ਵੀ ਅੰਡਰ ਕੰਟਰੋਲ ਹੈ ਐਜ਼ ਆਫ ਨਾਓ ਐਂਡ मतलब the children are comfortable and we will be trying to ensure that as soon as possible ਉੱਥੇ ਜਿੰਨਾ ਵੀ ਪਾਣੀ ਇਕੱਠਾ ਹੋ ਗਿਆ ਸੀਗਾ, ਜਿੰਨਾ ਪਾਣੀ ਇੱਕ ਵਾਰੀ ਜਦੋਂ ਬਹਾਵ ਤੇਜ਼ ਪਿੱਛੋਂ ਆਇਆ ਤਾਂ ਫਿਰ ਇੱਕ ਵਾਰੀ ਤਾਂ ਗੇਟ ਦੇ ਵਿੱਚ ਵੜ ਗਿਆ ਸੀਗਾ ਚਿਤਕਾਰਾ ਦੇ ਵਿੱਚ, ਤਾਂ ਉਹ ਕਿਸ ਤਰ੍ਹਾਂ ਕੱਢਣਾ ਹੈ that is what our teams are working on। ਤੇ ਜਿਹੜੀ ਇਹ ਸਾਡੀ ਜਿਹੜੀ ਮੇਨ ਇਸ਼ੂ ਇਸ ਕਿ ਪਿੱਛੋਂ ਜਿਹੜਾ ਸ਼ੀਟ ਫਲੋ ਆ ਰਿਹਾ ਹੈ ਤੇ SYL ਦੇ ਵਿੱਚ ਵੀ ਜਿਹੜਾ ਉਹ ਨੁਕਸਾਨ ਕਰ ਰਿਹਾ ਹੈ। ਉਹ 25 ਧਾਰਾ ਜਿਹੜਾ ਸਾਡੀ ਟ੍ਰਿਬਿਊਟਰੀ ਹੈ
ਉਹਦੇ ਵਿੱਚ ਆਲਰੇਡੀ ਪਾਣੀ ਓਵਰਫਲੋ ਹੈ, ਮਤਲਬ ਇਟਸ ਆਲਰੇਡੀ ਹਾਈ ਲੈਵਲ ਮਾਰਕ। ਸੋ ਵੀ ਆਰ ਜਸਟ ਗੋਇੰਗ ਟੂ ਮੈਨੇਜ ਦਿਸ ਵਾਟਰ ਸੋ ਦੈਟ ਰਿਲੀਫ ਮਿਲ ਸਕੇ ਸਾਰਿਆਂ ਨੂੰ ਤੇ ਕੋਈ ਸਿਚੁਏਸ਼ਨ ਇਹੋ ਜਿਹੀ ਨਾ ਪੈਦਾ ਹੋਵੇ ਜਿੱਥੇ ਸਾਨੂੰ ਕੋਈ ਤਕਲੀਫ ਹੋਵੇ। ਟੂ ਟੈਕਨੀਕਲੀ ਇਹਦਾ ਕੀ ਹੱਲ ਹੋ ਸਕਦਾ, ਕਿਉਂਕਿ ਸਾਡੀ ਸਾਰੀ ਇੰਜੀਨੀਅਰਸ ਦੀ ਟੀਮ ਵੀ ਲੱਗੀ ਹੋਈ ਹੈ ਤੇ ਕਾਫੀ ਮਤਲਬ ਵੱਡਾ ਏਰੀਆ ਹੈ ਜਿਹਨੂੰ ਅਸੀਂ ਟੇਕ ਕੇਅਰ ਕਰਨਾ ਹੈ। ਸੋ ਉਹਦੇ ਲਈ ਅਸੀਂ ਆਰਮੀ ਦੀ ਵੀ ਹੈਲਪ ਲੈ ਰਹੇ ਹਾਂ, ਆਰਮੀ ਵੀ ਨਾਲ ਹੈਗੀ ਹੈ, ਉਹ ਵੀ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਇਹ ਜਿਹੜੀ ਸਿਚੁਏਸ਼ਨ ਹੈ 25 ਧਾਰਾ ਤੇ SYL ਤੇ ਸ਼ੀਟ ਫਲੋ ਦੀ ਜਿਹੜੀ ਕਿਸ ਤਰ੍ਹਾਂ ਇਹਦਾ ਵਾਟਰ ਮੈਨੇਜਮੈਂਟ ਆਪਾਂ ਕੱਢ ਸਕਦੇ ਹਾਂ ਤੇ ਸਭ ਤੋਂ ਘੱਟ ਜਿਹੜਾ पटियाला के सनूर रोड पर बड़ी नदी के पास गोपाल कॉलोनी का डिप्टी कमिश्नर साक्षी साहनी ने दौरा किया और निचले इलाकों में जलभराव से प्रभावित लोगों से बात की। फिर उन्हें प्रेमबाग पैलेस भेजा जा रहा है और उन्होंने अपील की है कि अफवाहों पर ध्यान देने की जरूरत नहीं है, शासन प्रशासन आपके साथ है। पंजाब और हरियाणा के कई हिस्सों में भारी बारिश के कारण निचले इलाकों में जलभराव की स्थिति पैदा हो गई है, जिसके बाद अधिकारी तुरंत हरकत में आए और सबसे ज्यादा प्रभावित स्थानों पे कार्रवाई शुरू कर दी। अधिकारियों ने कुछ प्रभावित इलाकों में स्कूल बंद कर दिए, जबकि पंजाब के कई हिस्सों में मूसलाधार बारिश के कारण सेना को अलर्ट पर रखा गया है। पंजाब के मुख्यमंत्री भगवंत मान ने कैबिनेट मंत्रियों, उपायुक्तों, वरिष्ठ पुलिस अधीक्षकों और अन्य संबंधित अधिकारियों को प्रभावित इलाकों का दौरा करने को कहा। तो भारी बारिश के चलते निचले इलाकों में जलभराव की स्थिति पैदा हो गई, जिसके बाद शासन प्रशासन पूरी तरह से हरकत में है और प्रभावित इलाकों में स्कूलों को बंद किया गया।